प्यारे बच्चों, सब ਨੂੰ ਸਤਿ ਸ਼੍ਰੀ ਅਕਾਲ। 10ਵੀਂ ਜਮਾਤ ਦੀ ਸਮਾਜਿਕ ਸਿੱਖਿਆ ਵਿਸ਼ੇ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਨਾਗਰਿਕ ਸ਼ਾਸਤਰ ਦਾ ਪਾਠ 11 ਕੇਂਦਰੀ ਸਰਕਾਰ ਭਾਗ 1 ਪੜ੍ਹਾਂਗੇ। ਬੱਚਿਓ, ਕੇਂਦਰੀ ਸਰਕਾਰ ਤੋਂ ਭਾਵ ਹੈ ਕੇਂਦਰ ਦੀ ਸਰਕਾਰ, ਭਾਵ ਉਹ ਸਰਕਾਰ ਜੋ ਸਾਡੇ ਪੂਰੇ ਦੇਸ਼ ਦੀ ਵਿਵਸਥਾ ਨੂੰ ਨਿਯੰਤਰਿਤ ਕਰਦੀ ਹੈ ਤੇ ਸਾਡੇ ਦੇਸ਼ ਦੀ ਸਾਂਝੀ ਸਰਕਾਰ। ਬੱਚਿਓ, ਕੇਂਦਰੀ ਸਰਕਾਰ ਦੇ 3 ਮੁੱਖ ਅੰਗ ਹੁੰਦੇ ਨੇ। ਕੇਂਦਰੀ ਸਰਕਾਰ ਦੇ ਕਿੰਨੇ ਮੁੱਖ ਅੰਗ ਨੇ? 3 ਮੁੱਖ ਅੰਗ। ਇਸ ਦਾ ਪਹਿਲਾ ਅੰਗ ਹੈ ਵਿਧਾਨ ਪਾਲਿਕਾ, ਦੂਸਰਾ ਕਾਰਜਪਾਲਿਕਾ ਤੇ ਤੀਸਰਾ ਨਿਆਂਪਾਲਿਕਾ। ਤਿੰਨਾਂ ਅੰਗਾਂ ਨੂੰ ਮਿਲਾ ਕੇ ਕੇਂਦਰੀ ਸਰਕਾਰ ਬਣਦੀ ਹੈ। ਵਿਧਾਨ ਪਾਲਿਕਾ, ਵਿਧਾਨ ਤੋਂ ਭਾਵ ਕੀ ਹੁੰਦਾ ਹੈ? ਕਾਨੂੰਨ, ਯਾਨੀ ਕਿ ਉਹ ਸਰਕਾਰ ਜੋ ਦੇਸ਼ ਦੇ ਕਾਨੂੰਨ ਬਣਾਉਂਦੀ ਹੈ, ਉਹ ਜਿਹੜਾ ਅੰਗ ਹੈ ਉਹ ਕੀ ਹੈ? ਵਿਧਾਨ ਪਾਲਿਕਾ। ਦੂਸਰੀ ਹੈ ਕਾਰਜਪਾਲਿਕਾ। ਕਾਰਜਪਾਲਿਕਾ ਦਾ ਭਾਵ ਹੈ ਕਿ ਜੋ ਵੀ ਕਾਨੂੰਨ ਵਿਧਾਨ ਪਾਲਿਕਾ ਬਣਾਉਂਦੀ ਹੈ, ਕਾਰਜਪਾਲਿਕਾ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਦੀ। ਕਾਰਜਪਾਲਿਕਾ ਕੀ ਕਰਦੀ? ਉਹਨਾਂ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਅੱਗੇ ਬੱਚਿਓ ਨਿਆਂਪਾਲਿਕਾ। ਨਿਆਂਪਾਲਿਕਾ ਉਹ ਸੰਸਥਾ ਜੋ ਕਿ ਕਾਨੂੰਨਾਂ ਦੀ ਰੱਖਿਆ ਕਰਦੀ ਤੇ ਕਾਨੂੰਨਾਂ ਦੀ ਵਿਆਖਿਆ ਕਰਦੀ। ਵਿਧਾਨ ਪਾਲਿਕਾ ਵਿੱਚ ਬੇਟਾ ਸ਼ਾਮਿਲ ਹੁੰਦੀ ਹੈ ਸੰਸਦ ਦੇ ਦੋਨੋਂ ਸਦਨ, ਲੋਕ ਸਭਾ ਤੇ ਰਾਜ ਸਭਾ। ਉਸ ਤੋਂ ਬਾਅਦ ਆ ਗਈ ਕਾਰਜਪਾਲਿਕਾ। ਕਾਰਜਪਾਲਿਕਾ ਵਿੱਚ ਕੌਣ ਕੌਣ ਸ਼ਾਮਿਲ ਹੁੰਦਾ ਹੈ? ਕਾਰਜਪਾਲਿਕਾ ਵਿੱਚ 3 ਸ਼ਾਮਿਲ ਹੁੰਦੇ ਨੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ। ਕਾਰਜਪਾਲਿਕਾ ਦੇ 3 ਅੰਗ ਨੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ। ਇਸ ਤੋਂ ਬਾਅਦ ਬੱਚੇ ਨਿਆਂਪਾਲਿਕਾ। ਨਿਆਂਪਾਲਿਕਾ ਯਾਨੀ ਕਿ ਉਹ ਸੰਸਥਾ ਜਿਹੜੀ ਨਿਆਂ ਕਰਦੀ ਹੈ ਤੇ ਭਾਰਤ ਦੀ ਜਿਹੜੀ ਨਿਆਂਪਾਲਿਕਾ ਉਹ ਕੀ ਹੈ? ਸੁਪਰੀਮ ਕੋਰਟ ਯਾਨੀ ਕਿ ਸਰਵ ਉੱਚ ਅਦਾਲਤ। ਤੇ ਸਰਵ ਉੱਚ ਅਦਾਲਤ ਕਿੱਥੇ ਸਥਿਤ ਹੈ ਬੱਚਿਓ? ਦਿੱਲੀ ਵਿਖੇ। ਹਾਂਜੀ ਬੱਚੇ, ਜਿਹੜੀ ਕੇਂਦਰੀ ਸਰਕਾਰ ਹੈ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ? ਪਹਿਲੀ ਦੀ ਵਿਸ਼ੇਸ਼ਤਾ ਹੈ ਕਿ ਸੰਵਿਧਾਨ ਅਨੁਸਾਰ ਭਾਰਤ ਵਿੱਚ ਸੰਸਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਸਾਡੇ ਸੰਵਿਧਾਨ ਵਿੱਚ, ਜੋ ਸਾਡੇ ਸੰਵਿਧਾਨ ਤੋਂ ਭਾਵ ਕੀ ਹੁੰਦਾ ਹੈ? ਕਾਨੂੰਨਾਂ ਦਾ ਸੰਗ੍ਰਹਿ। ਜੋ ਸਾਡੇ ਦੇਸ਼ ਦੇ ਕਾਨੂੰਨ ਨੇ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ, ਜਿਸ ਨੂੰ ਕੀ ਕਿਹਾ ਗਿਆ ਹੈ? ਸੰਵਿਧਾਨ। ਸੰਵਿਧਾਨ ਕੀ ਹੈ? ਸਾਡੇ ਸਾਰੇ ਕਾਨੂੰਨਾਂ ਦਾ ਇੱਕ ਇਕੱਠ ਹੈ। ਤੇ ਸਾਡੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਸੰਸਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਤੇ ਇਹਦੀ ਦੂਜੀ ਵਿਸ਼ੇਸ਼ਤਾ ਕੀ ਹੈ? ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਰਾਸ਼ਟਰਪਤੀ ਹੈ ਉਹ ਨਾ ਮਾਤਰ ਤੇ ਪ੍ਰਧਾਨ ਮੰਤਰੀ ਕੀ ਹੁੰਦਾ ਹੈ? ਅਸਲੀ ਕਾਰਜਮੁਖੀ ਹੁੰਦਾ ਹੈ। ਬੱਚੋ, ਜਿਹੜਾ ਸਾਡੇ ਦੇਸ਼ ਦਾ ਸ਼ਾਸਨ ਹੈ ਉਹ ਰਾਸ਼ਟਰਪਤੀ ਦੇ ਨਾਮ 'ਤੇ ਚੱਲਦਾ ਹੈ, ਪਰ ਇਹਦਾ ਜਿਹੜਾ ਅਸਲੀ ਕਾਰ ਵਿਵਹਾਰ ਹੈ, ਜੋ ਅਸਲੀ ਸਰਕਾਰ ਚਲਾਉਂਦਾ ਹੈ, ਉਹ ਕੌਣ ਹੁੰਦਾ ਹੈ? ਪ੍ਰਧਾਨ ਮੰਤਰੀ। ਕੇਂਦਰੀ ਸਰਕਾਰ ਸ਼ਕਤੀਸ਼ਾਲੀ ਹੈ, ਯਾਨੀ ਕਿ ਪੂਰੇ ਦੇਸ਼ ਦਾ ਜੋ ਸ਼ਾਸਨ ਹੈ, ਜੋ ਡੋਰ ਹੈ, ਉਹ ਕਿਹਦੇ ਹੱਥ ਵਿੱਚ ਹੈ? ਕੇਂਦਰੀ ਸਰਕਾਰ ਦੇ ਹੱਥ ਵਿੱਚ। ਹਾਂਜੀ ਬੱਚੇ, ਅੱਗੇ ਆ ਗਈ ਸੰਸਦ। ਸੰਸਦ ਦੇ 2 ਸਦਨ ਨੇ। ਸੰਸਦ ਦੇ ਕਿੰਨੇ ਸਦਨ ਨੇ? 2 ਸਦਨ। ਜਿਹੜਾ ਹੇਠਲਾ ਸਦਨ ਹੈ ਉਹਨੂੰ ਆਪਾਂ ਕੀ ਕਹਿੰਦੇ ਆ? ਲੋਕ ਸਭਾ, ਯਾਨੀ ਕਿ ਲੋਕਾਂ ਦੀ ਸਭਾ। ਹੇਠਲਾ ਸਦਨ ਕੀ ਹੈ? ਲੋਕ ਸਭਾ। ਤੇ ਉੱਪਰਲਾ ਸਦਨ ਕੀ ਹੈ? ਰਾਜ ਸਭਾ। ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਹੈ? ਰਾਜ ਸਭਾ। ਹਾਂਜੀ ਬੱਚੇ, ਇਹਦੇ ਵਿੱਚ ਪਹਿਲਾਂ ਆਪਾਂ ਲੋਕ ਸਭਾ ਯਾਨੀ ਕਿ ਸੰਸਦ ਦੇ ਹੇਠਲੇ ਸਦਨ ਬਾਰੇ ਵਿਸਥਾਰ ਨਾਲ ਪੜ੍ਹਾਂਗੇ। ਸੰਸਦ ਦਾ ਜੋ ਹੇਠਲਾ ਸਦਨ ਹੈ ਉਹਦਾ ਮੈਂਬਰ ਬਣਨ ਲਈ ਕੀ ਯੋਗਤਾਵਾਂ ਚਾਹੀਦੀਆਂ ਨੇ? ਇਹਦੀ ਪਹਿਲੀ ਯੋਗਤਾ ਹੈ ਕਿ ਉਹ ਜੋ ਵਿਅਕਤੀ ਜੋ ਇਸ ਦਾ ਮੈਂਬਰ ਬਣਨਾ ਚਾਹੁੰਦਾ ਹੈ ਉਹ ਭਾਰਤ ਦਾ ਨਾਗਰਿਕ ਹੋਵੇ, ਉਸ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਵੇ, ਉਹ ਸਰਕਾਰੀ ਅਹੁਦੇ 'ਤੇ ਲੱਗਾ ਹੋਇਆ ਨਾ ਹੋਵੇ, ਉਸ ਨੂੰ ਕਿਸੇ ਤਰ੍ਹਾਂ ਦੀ ਨਾਗਰਿਕਤਾ ਤੋਂ ਵਾਂਝਿਆ ਨਾ ਕੀਤਾ ਗਿਆ ਹੋਵੇ, ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ। ਹਾਂਜੀ ਬੱਚੇ, ਅੱਗੇ ਆ ਗਈ ਰਚਨਾ, ਯਾਨੀ ਕਿ ਲੋਕ ਸਭਾ ਦੀ ਬਣਤਰ ਕੀ ਹੈ, ਇਹਦੇ ਮੈਂਬਰ ਕਿੰਨੇ ਨੇ ਤੇ ਉਹ ਕਿਵੇਂ ਤੇ ਕਿੱਥੋਂ ਲਏ ਜਾਂਦੇ ਨੇ। ਲੋਕ ਸਭਾ ਦੇ ਵੱਧ ਤੋਂ ਵੱਧ ਬੇਟਾ 550 ਮੈਂਬਰ ਹੋ ਸਕਦੇ ਹਨ।
परंतु 1973 ਵਿੱਚ 31ਵੇਂ ਸੰਵਿਧਾਨ ਸੋਧ ਦੁਆਰਾ ਇਹਨਾਂ ਦੀ ਸੰਖਿਆ 545 ਕਰ ਦਿੱਤੀ ਗਈ ਹੈ। ਇਹਨਾਂ ਵਿੱਚ ਬੱਚੇ ਜਿਹੜੇ 530 ਮੈਂਬਰ ਨੇ, ਜਿਹੜੇ 530 ਮੈਂਬਰ ਨੇ ਉਹ ਰਾਜਾਂ ਵਿੱਚੋਂ ਅਤੇ ਜਿਹੜੇ 20 ਮੈਂਬਰ ਨੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਲਏ ਜਾਂਦੇ ਨੇ। ਯਾਨੀ ਕਿ ਟੋਟਲ ਕਿੰਨੇ ਹੋ ਗਏ? 550 ਮੈਂਬਰ। ਅਤੇ ਜਿਹੜੇ 2 ਮੈਂਬਰ ਵੱਧ ਨੇ ਉਹ ਕਿੱਥੋਂ, ਕੌਣ ਚੁਣ ਸਕਦਾ ਹੈ? ਉਹ ਐਂਗਲੋ ਇੰਡੀਅਨ ਜਾਤੀ ਦੇ ਹੁੰਦੇ ਨੇ ਬੇਟਾ। ਇਹਦੇ ਅਨੁਸਾਰ ਜਦੋਂ 530, 20 ਅਤੇ 2 ਨੂੰ ਪਲੱਸ ਕੀਤਾ ਜਾਂਦਾ ਹੈ ਤਾਂ ਇਹਦੀ ਟੋਟਲ ਸੰਖਿਆ ਕਿੰਨੀ ਬਣ ਜਾਂਦੀ ਹੈ? 552। ਯਾਨੀ ਕਿ ਇਹਦੇ ਵੱਧ ਤੋਂ ਵੱਧ ਮੈਂਬਰ ਕੀ ਹੋ ਸਕਦੇ ਨੇ? 552। 530 ਮੈਂਬਰ ਜਿਹੜੇ ਨੇ ਰਾਜਾਂ ਵਿੱਚ ਚੁਣੇ ਜਾਂਦੇ ਨੇ, 20 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਅਤੇ 2 ਮੈਂਬਰ ਨੇ ਜਿਹੜੇ ਉਹ ਰਾਸ਼ਟਰਪਤੀ ਐਂਗਲੋ ਇੰਡੀਅਨ ਜਾਤੀ ਦੇ ਨਿਯੁਕਤ ਕਰ ਸਕਦਾ ਹੈ। ਉਹਨਾਂ ਨੂੰ ਐਂਗਲੋ ਇੰਡੀਅਨ ਜਾਤੀ ਦੇ ਜਿਹੜੇ 2 ਮੈਂਬਰ ਨੇ ਉਹਨਾਂ ਨੂੰ ਕੌਣ ਨਿਯੁਕਤ ਕਰ ਸਕਦਾ, ਕੌਣ ਨਾਮਜ਼ਦ ਕਰ ਸਕਦਾ ਹੈ? ਰਾਸ਼ਟਰਪਤੀ। ਹਾਂਜੀ ਬੱਚੇ, ਇਹਨਾਂ ਦੀ ਜਿਹੜੀ ਚੋਣ ਹੈ ਉਹ ਸਿੱਧੀ ਚੋਣ ਪ੍ਰਣਾਲੀ ਦੁਆਰਾ ਹੁੰਦੀ ਹੈ। ਯਾਨੀ ਕਿ ਆਪਾਂ ਜਿਹੜੀ ਆਮ ਜਨਤਾ ਉਹ ਕੀ ਕਰਦੇ ਹਾਂ ਕਿ ਇਹਨਾਂ ਦੀ ਨੂੰ ਚੁਣ ਕੇ ਵੋਟਾਂ ਪੈਂਦੀਆਂ ਨੇ, ਪ੍ਰਤੱਖ ਤਰੀਕੇ ਨਾਲ ਅਸੀਂ ਚੁਣਦੇ ਹਾਂ ਅਤੇ ਚੁਣ ਕੇ ਇਹਨਾਂ ਨੂੰ ਕੀ ਹੈ ਉੱਪਰ ਆਪਾਂ ਲੋਕ ਸਭਾ ਵਿੱਚ ਭੇਜਦੇ ਹਾਂ। ਬੇਟਾ ਨਾਲ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹਾਂਗੀ ਕਿ ਵਰਤਮਾਨ ਸਮੇਂ ਵਿੱਚ ਇਹਨਾਂ ਦੀ ਸੰਖਿਆ 545 ਹੈ, ਜਿਹਦੇ ਵਿੱਚੋਂ 530 ਮੈਂਬਰ ਭਾਰਤ ਦੇ ਰਾਜਾਂ ਦੇ ਲੋਕਾਂ ਵੱਲੋਂ ਅਤੇ 13 ਮੈਂਬਰ ਕੀ ਨੇ? ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਨੇ ਅਤੇ 2 ਮੈਂਬਰ ਕੀ ਨੇ? ਰਾਸ਼ਟਰਪਤੀ ਨਿਯੁਕਤ ਕਰਦਾ ਹੈ। ਯਾਨੀ ਕਿ 530, 13 ਅਤੇ 2 ਟੋਟਲ ਕਿੰਨੇ ਮੈਂਬਰ ਹੋ ਗਏ? 545। ਟੋਟਲ ਮੈਂਬਰ ਹੋ ਗਏ 545। ਵਰਤਮਾਨ ਸਮੇਂ ਵਿੱਚ ਮੈਂਬਰ ਕਿੰਨੇ ਨੇ? 545। ਹਾਂਜੀ ਬੱਚੇ, ਅੱਗੇ ਆ ਗਿਆ ਕਾਰਜਕਾਲ। ਇਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ ਕਿੰਨੇ ਸਮੇਂ ਲਈ ਹੁੰਦਾ ਹੈ? 5 ਸਾਲ ਲਈ। ਯਾਨੀ ਕਿ ਲੋਕ ਸਭਾ ਕਿੰਨੇ ਸਮੇਂ ਲਈ ਰਹਿੰਦੀ ਹੈ? 5 ਸਾਲ ਲਈ। ਇਸ ਨੂੰ ਸਮੇਂ ਤੋਂ ਪਹਿਲਾਂ ਵੀ ਰਾਸ਼ਟਰਪਤੀ ਮੰਤਰੀ ਜਿਹੜੀ ਪਰਿਸ਼ਦ ਹੈ ਉਹਦੀ ਸਿਫਾਰਿਸ਼ 'ਤੇ ਭੰਗ ਕਰ ਸਕਦਾ ਹੈ। ਪਰ ਬੱਚੇ ਜੇਕਰ ਸਾਡੇ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਐਮਰਜੈਂਸੀ ਲਾਗੂ ਹੋ ਜਾਂਦੀ ਹੈ, ਕੋਈ ਸੰਕਟ ਕਾਲ ਦਾ ਸਮਾਂ ਆ ਜਾਂਦਾ ਹੈ, ਤਾਂ ਉਸ ਸਮੇਂ ਵਿੱਚ ਇਸ ਦਾ ਜਿਹੜਾ ਕਾਰਜਕਾਲ ਹੈ 1 ਸਮੇਂ ਲਈ ਸੰਸਦ ਦੁਆਰਾ 1 ਸਾਲ ਲਈ ਵਧਾਇਆ ਵੀ ਜਾ ਸਕਦਾ। ਉਸ ਸਮੇਂ ਇਹਦਾ ਜਿਹੜਾ ਕਾਰਜਕਾਲ ਹੈ 1 ਸਮੇਂ ਲਈ 1 ਸਾਲ ਵਧਾਇਆ ਵੀ ਜਾ ਸਕਦਾ। ਹਾਂਜੀ ਬੱਚੇ, ਅੱਗੇ ਆ ਗਿਆ ਸਪੀਕਰ। ਸਪੀਕਰ ਚੋਣਾਂ ਤੋਂ ਬਾਅਦ ਨਵੀਂ ਲੋਕ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦੀ ਹੈ। ਜਿਹੜਾ ਸਪੀਕਰ ਹੁੰਦਾ ਹੈ ਉਹ ਲੋਕ ਸਭਾ ਦੀਆਂ ਬੈਠਕਾਂ ਜੋ ਵੀ ਹੁੰਦੀਆਂ ਨੇ, ਲੋਕ ਸਭਾ ਦੀਆਂ ਬੈਠਕਾਂ, ਉਹਨਾਂ ਦੀ ਉਹ ਪ੍ਰਧਾਨਗੀ ਕਰਦਾ ਹੈ ਅਤੇ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਵੀ ਕਰਦਾ ਹੈ। ਸਾਰੇ ਮੈਂਬਰ ਸਪੀਕਰ ਦੇ ਆਦੇਸ਼ਾਂ ਦਾ ਪਾਲਣ ਕਰਦੇ ਹਨ। ਸਧਾਰਨ ਤੌਰ 'ਤੇ ਜਿਹੜਾ ਇਹਦਾ ਸਪੀਕਰ ਹੁੰਦਾ ਹੈ ਬੱਚੇ ਉਹ ਕੌਣ ਹੁੰਦਾ ਹੈ? ਉਹ ਜੋ ਬਹੁਮਤ ਦਲ ਦਾ ਨੇਤਾ, ਯਾਨੀ ਕਿ ਜੋ ਜੇਤੂ ਵਿਅਕਤੀ ਹੁੰਦਾ ਹੈ, ਬਹੁਮਤ ਦਲ ਹੁੰਦਾ ਹੈ, ਉਹਦੇ ਵਿੱਚੋਂ ਹੀ ਇੱਕ ਜਿਹੜਾ ਮੈਂਬਰ ਹੈ ਉਹਨੂੰ ਕੀ ਹੈ? ਸਪੀਕਰ ਚੁਣਿਆ ਜਾਂਦਾ ਹੈ। ਪਰ ਜੋ ਸਪੀਕਰ ਹੁੰਦਾ ਹੈ ਉਹ ਕਿਸੇ ਵੀ ਇੱਕ ਦਲ ਦਾ ਪੱਖ ਨਹੀਂ ਲੈਂਦਾ। ਉਹ ਆਪਣੀ ਜਿੰਨੀ ਵੀ ਕਾਰਵਾਈ ਕਰਦਾ ਹੈ ਉਹ ਨਿਰਪੱਖਤਾ ਨਾਲ ਕਰਦਾ ਹੈ। ਸਪੀਕਰ ਦੀ ਕੁਰਸੀ 'ਤੇ ਬਹਿਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਦਾ। ਉਸ ਲਈ ਜਿੱਤਿਆ ਹੋਇਆ ਅਤੇ ਵਿਰੋਧੀ ਦਲ ਦੋਨੋਂ ਹੀ ਇੱਕ ਸਮਾਨ ਹੁੰਦੇ ਹਨ। ਹਾਂਜੀ ਬੱਚੇ, ਅੱਗੇ ਆ ਗਈ ਰਾਜ ਸਭਾ। ਰਾਜ ਸਭਾ ਕੀ ਹੈ ਬੱਚੇ? ਉੱਪਰਲਾ ਸਦਨ। ਰਾਜ ਸਭਾ ਕੀ ਹੈ? ਉੱਪਰਲਾ ਸਦਨ ਹੈ ਅਤੇ ਇਹਨੂੰ ਦੂਜਾ ਸਦਨ ਵੀ ਕਹਿੰਦੇ ਨੇ। ਰਾਜ ਸਭਾ ਦੇ ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਿਕ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਹਨ। ਇਸ ਪ੍ਰਕਾਰ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਅਪ੍ਰਤੱਖ ਢੰਗ ਨਾਲ ਹੁੰਦੀਆਂ ਹਨ। ਬੱਚੇ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਜਿਹੜੇ ਲੋਕ ਸਭਾ ਹੈ ਉਹਦੀਆਂ ਜਿਹੜੇ ਚੋਣਾਂ ਨੇ ਉਹ ਪ੍ਰਤੱਖ ਡਾਇਰੈਕਟ ਵੇ ਨਾਲ ਹੁੰਦੀਆਂ ਨੇ, ਪਰ ਜਿਹੜੀ ਰਾਜ ਸਭਾ ਹੈ ਇਹਦੇ ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ? ਅਪ੍ਰਤੱਖ, ਯਾਨੀ ਕਿ ਇਨਡਾਇਰੈਕਟ ਵੇ ਨਾਲ ਹੁੰਦੀ ਹੈ। ਇਹਦੇ ਵਿੱਚ ਬੱਚੇ ਰਾਜ ਸਭਾ ਵਿੱਚ ਕੀ ਹੁੰਦਾ ਕਿ ਵੱਧ ਤੋਂ ਵੱਧ ਮੈਂਬਰ ਕਿੰਨੇ ਹੋ ਸਕਦੇ ਨੇ? 250। ਇਹਨਾਂ ਵਿੱਚੋਂ ਜਿਹੜੇ 238 ਮੈਂਬਰ ਨੇ ਉਹ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਨੇ। 12 ਮੈਂਬਰ ਜੋ ਨੇ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ।
ਬੱਚੇ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਸੀ ਕਿ ਲੋਕ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? 2। ਕੌਣ ਹੁੰਦੇ ਨੇ ਉਹ? ਐਂਗਲੋ ਇੰਡੀਅਨ ਜਾਤੀ ਦੇ। ਦੂਜੇ ਪਾਸੇ ਰਾਜ ਸਭਾ ਹੈ, ਰਾਜ ਸਭਾ ਵਿੱਚ ਜਿਹੜਾ ਰਾਸ਼ਟਰਪਤੀ ਹੈ ਉਹ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? 12। ਰਾਜ ਸਭਾ ਵਿੱਚ ਕਿੰਨੇ ਮੈਂਬਰ ਉਹ ਨਾਮਜ਼ਦ ਕਰ ਸਕਦਾ ਹੈ? 12। ਅਤੇ ਇਹ ਜਿਹੜੇ 12 ਮੈਂਬਰ ਨੇ ਉਹ ਕੌਣ ਹੋ ਸਕਦੇ ਨੇ? ਜਿਨ੍ਹਾਂ ਨੇ ਸਾਹਿਤ, ਕਲਾ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਕੋਈ ਪ੍ਰਸਿੱਧੀ ਹਾਸਿਲ ਕੀਤੀ ਹੋਵੇ। ਬੇਟਾ ਜਿਹੜਾ ਰਾਜ ਸਭਾ ਹੈ ਉਹ ਇੱਕ ਸਥਾਈ ਸਦਨ ਹੈ। ਰਾਜ ਸਭਾ ਕੀ ਹੈ? ਇੱਕ ਸਥਾਈ ਸਦਨ ਹੈ, ਯਾਨੀ ਕਿ ਇਹ ਭੰਗ ਨਹੀਂ ਹੁੰਦਾ। ਇਸ ਦੇ ਉਲਟ ਜੇ ਆਪਾਂ ਪੜ੍ਹਿਆ ਸੀ ਪਿੱਛੇ ਲੋਕ ਸਭਾ ਬਾਰੇ, ਤਾਂ ਉਹਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲ ਹੁੰਦਾ, ਅਤੇ 5 ਸਾਲ ਤੋਂ ਪਹਿਲਾਂ ਵੀ ਜੇ ਉਹਦੇ ਪ੍ਰਤੀ ਲੋਕ ਸਭਾ ਪ੍ਰਤੀ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਏ ਤਾਂ ਜੇ ਲੋਕ ਸਭਾ ਨੂੰ ਭੰਗ ਕਰ ਦਿੱਤਾ ਜਾਂਦਾ। ਪਰ ਇਸ ਦੇ ਉਲਟ ਜਿਹੜੀ ਰਾਜ ਸਭਾ ਹੈ ਉਹ ਕੀ ਇੱਕ ਸਥਾਈ ਸਦਨ ਹੈ। ਇਸ ਦੇ ਜਿਹੜੇ 1/3 ਮੈਂਬਰ ਨੇ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ। ਇਸ ਪ੍ਰਕਾਰ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ। ਰਾਜ ਸਭਾ ਦਾ ਮੈਂਬਰ ਬਣਨ ਲਈ ਇੱਕ ਨਾਗਰਿਕ ਦੀ ਜਿਹੜੀ ਉਮਰ ਹੈ 30 ਸਾਲ ਜਾਂ ਇਸ ਤੋਂ ਵੱਧ ਹੋਣੀ ਜ਼ਰੂਰੀ ਹੈ। ਬੱਚੇ ਜਿਹੜਾ ਰਾਜ ਸਭਾ ਦਾ ਚੇਅਰਮੈਨ ਹੈ ਉਹ ਕੌਣ ਹੁੰਦਾ ਹੈ? ਜੋ ਕਿ ਸਾਡੇ ਦੇਸ਼ ਦਾ ਉਪ ਰਾਸ਼ਟਰਪਤੀ ਹੁੰਦਾ ਹੈ। ਆਪਣੇ ਅਹੁਦੇ ਦੇ ਕਾਰਨ ਜਿਹੜਾ ਉਪ ਰਾਸ਼ਟਰਪਤੀ ਹੈ ਉਹ ਰਾਜ ਸਭਾ ਦਾ ਪ੍ਰਧਾਨ ਯਾਨੀ ਕਿ ਚੇਅਰਮੈਨ ਹੁੰਦਾ ਹੈ। ਜਿਹੜਾ ਚੇਅਰਮੈਨ ਹੁੰਦਾ ਇਹੀ ਇਸ ਰਾਜ ਸਭਾ ਦੀ ਪੂਰੀ ਕਾਰਵਾਈ ਦਾ ਸੰਚਾਲਨ ਕਰਦਾ। ਬੱਚੇ ਰਾਜ ਸਭਾ ਆਪਣੇ ਹੀ ਮੈਂਬਰਾਂ ਵਿੱਚੋਂ ਕਿਸੇ ਇੱਕ ਵਿਅਕਤੀ ਨੂੰ, ਕਿਸੇ ਇੱਕ ਮੈਂਬਰ ਨੂੰ ਡਿਪਟੀ ਚੇਅਰਮੈਨ ਵੀ ਚੁਣਦੀ ਹੈ। ਅਤੇ ਉਹ ਜਿਹੜਾ ਡਿਪਟੀ ਚੇਅਰਮੈਨ ਹੈ ਉਹ ਚੇਅਰਮੈਨ ਯਾਨੀ ਕਿ ਪ੍ਰਧਾਨ ਦੀ ਗੈਰ ਹਾਜ਼ਰੀ ਦੇ ਵਿੱਚ ਪੂਰੇ ਸਦਨ ਦੀ ਜਿਹੜਾ ਸੰਚਾਲਨ ਕਰਦਾ ਹੈ। ਹਾਂਜੀ ਬੱਚੇ, ਅੱਗੇ ਆ ਗਈਆਂ ਸੰਸਦ ਦੀਆਂ ਸ਼ਕਤੀਆਂ। ਬੱਚਾ ਪਿੱਛੇ ਪੜ੍ਹਿਆ ਸੀ ਕਿ ਸੰਸਦ ਦੇ 2 ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ। ਅਤੇ ਜਿਹੜੀ ਕੇਂਦਰੀ ਸਰਕਾਰ ਹੈ ਉਹਦੇ ਵਿੱਚ ਕੀ ਆਉਂਦਾ ਹੈ? ਲੋਕ ਸਭਾ ਵੀ ਆਉਂਦੀ ਹੈ, ਰਾਜ ਸਭਾ ਵੀ ਆਉਂਦੀ ਅਤੇ ਰਾਸ਼ਟਰਪਤੀ ਵੀ ਸ਼ਾਮਿਲ ਹੈ। ਸੰਸਦ ਦੀਆਂ ਸ਼ਕਤੀਆਂ। ਬੱਚੇ ਸਭ ਤੋਂ ਪਹਿਲਾਂ ਆਪਾਂ ਸੰਸਦ ਦੀਆਂ ਕਿਹੜੀਆਂ ਸ਼ਕਤੀਆਂ ਪੜ੍ਹਾਂਗੇ? ਵਿਧਾਨਿਕ ਸ਼ਕਤੀਆਂ। ਵਿਧਾਨਿਕ ਤੋਂ ਭਾਵ ਹੈਗਾ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ। ਵਿਧਾਨ ਮੀਨਸ ਕਾਨੂੰਨ, ਅਤੇ ਵਿਧਾਨਿਕ ਸ਼ਕਤੀਆਂ ਤੋਂ ਭਾਵ ਹੈ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ। ਹਾਂਜੀ ਬੱਚੇ, ਵਿਧਾਨਿਕ ਸ਼ਕਤੀਆਂ ਬਾਰੇ ਪੜ੍ਹਦੇ ਹਾਂ ਪਹਿਲਾਂ। ਸੰਸਦ ਸੰਘੀ ਅਤੇ ਸਮਵਰਤੀ ਸੂਚੀਆਂ ਵਿੱਚ ਅੰਕਿਤ ਵਿਸ਼ਿਆਂ ਉੱਤੇ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ। ਵਿਸ਼ੇਸ਼ ਹਾਲਤਾਂ ਵਿੱਚ ਸੰਵਿਧਾਨ ਅਨੁਸਾਰ ਰਾਜ ਸੂਚੀ ਵਿੱਚ ਅੰਕਿਤ ਵਿਸ਼ਿਆਂ 'ਤੇ ਵੀ ਜਿਹੜੀ ਸੰਸਦ ਹੈ ਉਹ ਕਾਨੂੰਨ ਬਣਾ ਸਕਦੀ ਹੈ। ਯਾਨੀ ਕਿ ਇਹਦਾ ਮੇਨ ਕੰਮ ਕੀ ਹੁੰਦਾ ਹੈ? ਵੀ ਸੰਘੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਕਾਨੂੰਨ ਬਣਾਉਂਦੀ, ਪਰ ਕੁਝ ਕੁ ਹਾਲਤਾਂ ਵਿੱਚ ਜੇ ਲੋੜ ਪਵੇ ਤਾਂ ਇਹ ਰਾਜ ਸੂਚੀ ਦੇ ਵਿਸ਼ਿਆਂ 'ਤੇ ਵੀ ਕਾਨੂੰਨ ਬਣਾ ਸਕਦੀ। ਬੇਟਾ ਇੱਥੇ ਤੁਹਾਨੂੰ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਸੰਘੀ ਅਤੇ ਸਮਵਰਤੀ ਸੂਚੀ ਕੀ ਹੁੰਦੀ। ਸੰਘੀ ਜਾਂ ਸੰਘ, ਜਿਹੜਾ ਸੰਘ ਤੋਂ ਭਾਵ ਹੈ ਕੇਂਦਰ, ਉਹ ਵਿਸ਼ੇ ਉਹ ਕੰਮ ਜਿਹੜੇ ਕਿ ਕੇਂਦਰ ਸਰਕਾਰ ਕਰਦੀ ਹੈ। ਇੱਕ ਬੱਚੇ ਬਣਾਏਗੀ ਸਮਵਰਤੀ ਸੂਚੀ, ਉਹਦੇ ਵਿੱਚ ਕੀ ਹੈ? ਕੁਝ ਕੇਂਦਰ ਦੇ ਕੰਮ ਸ਼ਾਮਿਲ ਹੁੰਦੇ ਨੇ, ਕੁਝ ਰਾਜਾਂ ਦੇ ਕੰਮ ਸ਼ਾਮਿਲ ਹੁੰਦੇ, ਉਹ ਕੀ ਹੋ ਗਈ? ਸਮਵਰਤੀ ਸੂਚੀ। ਇੱਕ ਆ ਗਈ ਰਾਜ ਸੂਚੀ, ਯਾਨੀ ਕਿ ਜਿਹਦੇ ਵਿੱਚ ਸਿਰਫ ਰਾਜਾਂ ਦੁਆਰਾ ਕੰਮ ਕੀਤੇ ਜਾਣ ਵਾਲੇ ਜਿਹੜੇ ਕੰਮ ਨੇ ਉਹਨਾਂ ਦੀ ਸੂਚੀ ਹੁੰਦੀ। ਪਹਿਲੀ ਇਹ ਸੰਘੀ ਸੂਚੀ, ਯਾਨੀ ਕਿ ਜਿਹਦੇ ਵਿੱਚ ਕੇਂਦਰੀ ਵਿਸ਼ੇ ਸ਼ਾਮਿਲ ਨੇ। ਦੂਜੀ ਰਾਜ ਸੂਚੀ, ਰਾਜਾਂ ਦੁਆਰਾ ਕੰਮ ਕੀਤੇ ਜਾਂਦੇ ਨੇ ਉਹ ਵਿਸ਼ੇ ਸ਼ਾਮਿਲ ਨੇ। ਤੀਜੀ ਸੂਚੀ ਹੁੰਦੀ ਹੈ ਬੱਚੇ ਸਮਵਰਤੀ ਸੂਚੀ, ਜਿਹਦੇ ਵਿੱਚ ਕਿ ਸੰਘ ਯਾਨੀ ਕਿ ਕੇਂਦਰ ਅਤੇ ਰਾਜਾਂ ਦੁਆਰਾ ਸਾਂਝੇ ਤੌਰ 'ਤੇ ਕੀਤੇ ਜਾਣ ਵਾਲੇ ਜਿਹੜੇ ਕੰਮ ਨੇ ਉਹਨਾਂ ਨਾਲ ਸੰਬੰਧਿਤ ਸੂਚੀਆਂ ਸ਼ਾਮਿਲ ਹੁੰਦੀਆਂ। ਇਸ ਤਰ੍ਹਾਂ ਜਿਹੜੇ ਸੂਚੀ ਉਹ ਕਿੰਨੇ ਤਰ੍ਹਾਂ ਦੀ ਹੋ ਗਈ ਬੱਚੇ? 3 ਤਰ੍ਹਾਂ ਦੀ। ਸੂਚੀਆਂ ਕਿੰਨੇ ਤਰ੍ਹਾਂ ਦੀਆਂ ਹੋ ਗਈਆਂ ਬੱਚੇ? 3 ਤਰ੍ਹਾਂ ਦੀਆਂ, ਸੰਘੀ ਅਤੇ ਸਮਵਰਤੀ ਅਤੇ ਰਾਜ ਸੂਚੀ। ਹਾਂਜੀ ਬੱਚੇ, ਹੋਰ ਵਿਧਾਨਿਕ ਸ਼ਕਤੀਆਂ ਕੀ ਨੇ ਇੰਦੀਆਂ ਸੰਸਦ ਦੀਆਂ? ਕਿ ਸੰਸਦ ਕੀ ਕਰਦੀ ਹੈ? ਲੋੜ ਪੈਣ 'ਤੇ ਨਵੇਂ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ, ਅਤੇ ਜੇ ਉਸ ਨੂੰ ਲੱਗੇ ਕਿ ਕੋਈ ਕਾਨੂੰਨ ਜਿਹੜੇ ਨੇ ਹੁਣ ਉਹਨਾਂ ਦੀ ਜ਼ਰੂਰਤ ਨਹੀਂ ਰਹੀ ਤਾਂ ਉਹ ਪੁਰਾਣੇ ਕਾਨੂੰਨਾਂ ਨੂੰ ਸੋਧ ਵੀ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਸਮਾਪਤ ਵੀ ਕਰ ਸਕਦੀ ਹੈ। ਨੈਕਸਟ ਬੱਚੇ, ਕਾਰਜਪਾਲਿਕਾ ਸ਼ਕਤੀਆਂ। ਕਾਰਜਪਾਲਿਕਾ ਤੋਂ ਭਾਵ ਕੀ ਹੈ? ਕਾਨੂੰਨਾਂ ਨੂੰ ਲਾਗੂ ਕਰਨਾ। ਬੱਚੇ ਆਪਾਂ ਸ਼ੁਰੂ ਵਿੱਚ ਵੀ ਪੜ੍ਹਿਆ ਸੀ ਵਿਧਾਨਿਕ ਤੋਂ ਭਾਵ ਕੀ ਹੁੰਦਾ ਹੈ? ਕਾਨੂੰਨ ਬਣਾਉਣਾ। ਕਾਰਜਪਾਲਿਕਾ ਤੋਂ ਭਾਵ ਹੁੰਦਾ ਹੈ ਉਹ ਸੰਸਥਾ ਜਿਹੜੀ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਕਾਰਜਪਾਲਿਕਾ ਦੇ ਬੱਚੇ ਕੰਮ ਕੀ ਨੇ? ਭਾਰਤੀ ਸੰਸਦ ਨੂੰ ਸੰਵਿਧਾਨ ਦੁਆਰਾ ਬਹੁਤ ਸਾਰੀਆਂ ਸ਼ਕਤੀਆਂ ਕਾਰਜਪਾਲਿਕਾ ਨੂੰ ਨਿਯੰਤਰਣ ਵਿੱਚ ਰੱਖਣ ਲਈ ਸੌਂਪੀਆਂ ਗਈਆਂ ਹਨ। ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ। ਬੱਚੇ ਜੇ
ਆਪਣੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਜੋ ਚੁਣਿਆ ਗਿਆ ਹੈ ਅਤੇ ਉਹ ਆਪਣੀ ਮੰਤਰੀ ਪਰਿਸ਼ਦ ਤਿਆਰ ਕਰਦਾ ਹੈ, ਅਤੇ ਉਹਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਸੰਸਦ ਦੇ ਕਿਸੇ ਨਾ ਕਿਸੇ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਹੈ। ਜੇਕਰ ਕੋਈ ਮੰਤਰੀ ਜਿਹੜਾ ਹੈ ਉਹ ਸੰਸਦ ਦੇ ਕਿਸੇ ਸਦਨ ਦਾ ਮੈਂਬਰ ਨਹੀਂ ਤਾਂ ਉਸ ਨੂੰ ਕੀ ਕਰਨਾ ਚਾਹੀਦਾ, 6 ਮਹੀਨਿਆਂ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਸਦਨ ਦਾ ਮੈਂਬਰ ਬਣਨਾ ਚਾਹੀਦਾ ਹੈ। ਅਤੇ ਜੇਕਰ ਕੋਈ ਮੰਤਰੀ ਸੰਸਦ ਦੇ ਕਿਸੇ ਸਦਨ ਦਾ ਮੈਂਬਰ ਬਣਨ ਵਿੱਚ ਅਸਮਰਥ ਰਹਿੰਦਾ ਹੈ, ਉਹ ਨਹੀਂ ਮੈਂਬਰ ਬਣ ਪਾਉਂਦਾ, ਤਾਂ ਉਸ ਨੂੰ ਕੀ ਹੈ, ਤਿਆਗ ਪੱਤਰ ਯਾਨੀ ਕਿ ਅਸਤੀਫਾ ਦੇਣਾ ਪੈਂਦਾ ਹੈ। ਸਧਾਰਨ ਤੌਰ 'ਤੇ ਲੋਕ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਯਾਨੀ ਕਿ ਜਦੋਂ ਵੋਟਾਂ ਪੈਂਦੀਆਂ ਨੇ ਬੱਚੇ ਅਤੇ ਲੋਕ ਸਭਾ ਵਿੱਚ ਜਿਹੜਾ ਦਲ ਜਿੱਤ ਜਾਂਦਾ ਹੈ, ਜੇਤੂ ਦਲ ਹੁੰਦਾ ਹੈ, ਉਹਦਾ ਜਿਹੜਾ ਪ੍ਰਧਾਨ ਹੁੰਦਾ ਹੈ, ਉਹਦਾ ਲੀਡਰ ਹੁੰਦਾ ਹੈ। ਜਿਵੇਂ ਕਿ ਇਸ ਸਮੇਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਨੇ, ਉਹ ਕੀ ਨੇ, ਭਾਜਪਾ ਦੇ ਯਾਨੀ ਕਿ ਭਾਜਪਾ ਦੇ ਪ੍ਰਧਾਨ ਨੇ, ਅਤੇ ਉਹਨਾਂ ਨੂੰ ਕੀ ਚੁਣਿਆ ਗਿਆ ਹੈ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਆਪਣੇ ਕਾਰਜਾਂ, ਨੀਤੀਆਂ ਅਤੇ ਫੈਸਲਿਆਂ ਲਈ ਲੋਕ ਸਭਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਜਿਹੜੇ ਪ੍ਰਧਾਨ ਮੰਤਰੀ ਨੇ ਅਤੇ ਉਹਦੀ ਜਿਹੜੀ ਮੰਤਰੀ ਪਰਿਸ਼ਦ ਹੈ ਉਹ ਕਿਹਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ, ਲੋਕ ਸਭਾ ਦੇ ਪ੍ਰਤੀ। ਜੋ ਵੀ ਉਹ ਕੰਮ ਕਰਦੀ ਹੈ ਉਹਦਾ ਲੇਖਾ ਜੋਖਾ ਉਹਨਾਂ ਨੂੰ ਲੋਕ ਸਭਾ ਨੂੰ ਦੇਣਾ ਪੈਂਦਾ ਹੈ। ਸਧਾਰਨ ਤੋਂ ਇਸ ਦਾ ਭਾਵ ਹੈ ਕਿ ਲੋਕ ਸਭਾ ਦੁਆਰਾ ਅਵਿਸ਼ਵਾਸ ਦਾ ਜੇ ਮਤਾ ਪਾਸ ਹੋ ਜਾਂਦਾ ਹੈ ਤਾਂ ਮੰਤਰੀ ਪਰਿਸ਼ਦ ਨੂੰ ਕੀ ਹੈ, ਤਿਆਗ ਪੱਤਰ ਦੇਣਾ ਪੈਂਦਾ ਹੈ। ਹਾਂਜੀ ਬੱਚੇ, ਅੱਗੇ ਸੰਸਦ ਦੀਆਂ ਕਿਹੜੀਆਂ ਸ਼ਕਤੀਆਂ ਆਉਂਦੀਆਂ ਨੇ, ਵਿੱਤੀ ਸ਼ਕਤੀਆਂ। ਵਿੱਤੀ ਸ਼ਕਤੀਆਂ ਦਾ ਭਾਵ ਬੱਚੇ ਕੀ ਆ ਗਿਆ, ਜਿਹੜੀਆਂ ਕਿ ਪੈਸੇ ਨਾਲ, ਧਨ ਦੌਲਤ ਨਾਲ ਸੰਬੰਧਿਤ ਹੁੰਦੀਆਂ ਨੇ। ਪਹਿਲਾ ਹੈਗਾ ਬੱਚੇ ਆਪਣਾ ਬਜਟ ਦੇ ਨਿਯੰਤਰਣ। ਸੰਸਦ ਦਾ ਵਿੱਤੀ ਮਾਮਲਿਆਂ ਅਤੇ ਬਜਟ ਦੇ ਉੱਪਰ ਪੂਰਾ ਨਿਯੰਤਰਣ ਹੁੰਦਾ ਹੈ। ਸਰਕਾਰ ਦੇ ਖਰਚੇ 'ਤੇ ਇਹ ਪੂਰੀ ਨਿਗਰਾਨੀ ਰੱਖਦੀ ਹੈ। ਸਾਰੇ ਨਵੇਂ ਕਰ, ਵੀ ਕੋਈ ਨਵੇਂ ਕਰ ਲਗਾਉਣੇ ਨੇ ਜਾਂ ਪੁਰਾਣੇ ਕਰ ਖਤਮ ਕਰਨੇ ਨੇ ਤਾਂ ਉਹ ਕਿਹਦੀ ਇੱਛਾ ਅਨੁਸਾਰ ਹੁੰਦੇ ਨੇ, ਸੰਸਦ ਦੀ ਇੱਛਾ ਅਨੁਸਾਰ। ਅਤੇ ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਨਾ ਤਾਂ ਸਰਕਾਰੀ ਖਜ਼ਾਨੇ ਵਿੱਚ ਧਨ ਕੋਈ ਕਢਾ ਸਕਦੀ ਹੈ ਅਤੇ ਨਾ ਹੀ ਉਸ ਵਿੱਚ ਧਨ ਪਾ ਸਕਦੀ ਹੈ। ਹਾਂਜੀ ਬੱਚੇ, ਅੱਗੇ ਨੇ ਸੰਸਦ ਦੀਆਂ ਨਿਆਇਕ ਸ਼ਕਤੀਆਂ। ਨਿਆਇਕ ਤੋਂ ਭਾਵ ਕੀ ਹੁੰਦਾ ਬੱਚੇ, ਨਿਆਇਕ ਤੋਂ ਭਾਵ ਹੈ ਨਿਆਂ ਕਰਨਾ, ਯਾਨੀ ਕਿ ਰੱਖਿਆ ਕਰਨੀ। ਉਹ ਸੰਸਥਾ ਜੋ ਕਾਨੂੰਨਾਂ ਦੀ ਰੱਖਿਆ ਕਰਦੀ ਹੈ, ਕਾਨੂੰਨਾਂ ਦੀ ਵਿਆਖਿਆ ਕਰਦੀ ਹੈ, ਨਿਆਂ ਦਿੰਦੀ ਹੈ, ਉਹਨੂੰ ਕਹਿੰਦੇ ਨੇ ਨਿਆਂਪਾਲਿਕਾ। ਜਿਵੇਂ ਕਿ ਸਾਡੇ ਦੇਸ਼ ਦੀ ਕੀ ਹੈ, ਸੁਪਰੀਮ ਕੋਰਟ ਯਾਨੀ ਕਿ ਸਰਵਉੱਚ ਅਦਾਲਤ। ਇਹ ਜਿਹੜੀ ਨਿਆਇਕ ਸ਼ਕਤੀਆਂ ਨੇ ਸੰਸਦ ਕੋਲ ਬੱਚੇ, ਉਹ ਕਿਹੜੀਆਂ ਕਿਹੜੀਆਂ ਨੇ, ਸੰਸਦ ਦੁਆਰਾ ਰਾਸ਼ਟਰਪਤੀ ਵਿਰੁੱਧ ਜੇ ਸੰਸਦ ਚਾਹਵੇ ਤਾਂ ਉਹ ਰਾਸ਼ਟਰਪਤੀ ਦੇ ਵਿਰੁੱਧ ਵੀ ਉਹਦੇ ਖਿਲਾਫ ਵੀ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਸਕਦੀ ਹੈ। ਇਸ ਪ੍ਰਕਿਰਿਆ ਦੁਆਰਾ ਇੱਕ ਸਦਨ ਦੋਸ਼ ਲਗਾਉਂਦਾ ਹੈ ਅਤੇ ਦੂਜਾ ਸਦਨ ਕੀ ਕਰਦਾ ਹੈ, ਛਾਣਬੀਨ ਕਰਕੇ ਉਸ ਰਾਸ਼ਟਰਪਤੀ ਵਿਰੁੱਧ ਜੋ ਦੋਸ਼ ਲਗਾਏ ਗਏ ਨੇ ਉਹਦੇ ਪੱਖ ਵਿੱਚ 2/3 ਬਹੁਮਤ ਨਾਲ ਮਤਾ ਪਾਸ ਕਰ ਦਿੰਦੀ। ਤਾਂ ਉਸ ਤੋਂ ਬਾਅਦ ਕੀ ਹੋ ਜਾਏਗਾ, ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪੈਂਦਾ, ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ। ਹਾਂਜੀ ਬੱਚੇ, ਅੱਗੇ ਕੀ ਹੈ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਵਿਰੁੱਧ ਮਹਾਦੋਸ਼ ਮੁਕੱਦਮਾ। ਇਹਨਾਂ ਦੇ ਵਿਰੁੱਧ ਵੀ ਮਹਾਦੋਸ਼ ਮੁਕੱਦਮਾ ਸੰਸਦ ਜਿਹੜੀ ਉਹ ਲਗਾ ਸਕਦੀ ਹੈ। ਤਾਂ ਰਾਸ਼ਟਰਪਤੀ ਕੀ ਹੈ, ਜੱਜਾਂ ਨੂੰ ਹਟਾਉਣ ਦਾ ਆਦੇਸ਼ ਜਾਰੀ ਕਰ ਦਿੰਦਾ। ਹਾਂਜੀ ਬੱਚੇ, ਅੱਗੇ ਗਏ ਕਿਸੇ ਸੰਸਦੀ ਮੈਂਬਰ ਜਿਵੇਂ ਕਿ ਚੋਣ ਕਮਿਸ਼ਨਰ ਹੋ ਗਿਆ, ਅਟਾਰਨੀ ਜਨਰਲ ਹੋ ਗਿਆ, ਕੰਪਟਰੋਲਰ ਅਤੇ ਆਡੀਟਰ ਜਨਰਲ। ਇਹਨਾਂ ਦੇ ਵਿਰੁੱਧ ਵੀ ਜੇ ਦੋਸ਼ੀ ਨੇ ਤਾਂ ਦੋਸ਼ੀ ਹੋਣ ਦਾ ਮਤਾ ਪਾਸ ਕਰਕੇ ਰਾਸ਼ਟਰਪਤੀ ਇਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾ ਸਕਦਾ। ਹਾਂਜੀ ਬੱਚੇ, ਅੱਜ ਅਸੀਂ ਸੰਸਦ ਦੀਆਂ ਸ਼ਕਤੀਆਂ ਬਾਰੇ ਪੜ੍ਹਿਆ ਹੈ। ਅਗਲੇ ਲੈਕਚਰ ਵਿੱਚ ਅਸੀਂ ਸੰਸਦ ਦੁਆਰਾ ਪਾਸ ਕੀਤੇ ਜਾਣ ਵਾਲੇ ਬਿੱਲਾਂ ਅਤੇ ਸੰਘੀ ਕਾਰਜਪਾਲਿਕਾ ਬਾਰੇ ਪੜ੍ਹਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।